ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੋਣਾਂ ਦਾ ਬਿਗੁਲ। ਐਤਕੀ ਸਿਆਸੀ ਜਮਾਤ ਨੂੰ ਕਾਂਬਾ ਛੇੜੇਗਾ ਪੰਜਾਬ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਵਿੱਚ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਤੇ 14 ਫਰਵਰੀ ਨੂੰ ਵੋਟਾਂ ਦਾ ਐਲਾਨ ਕਰ ਦਿੱਤਾ ਹੈ, ਉਸ ਦਿਨ ਵੋਟਿੰਗ ਹੋਵੇਗੀ। ਤੇ ਇਸ ਐਲਾਨ ਦੇ ਨਾਲ ਹੀ ਪੰਜਾਬ ਦੀ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ। ਪਰ ਜੇਕਰ ਦੇਖੀਏ ਤਾਂ ਜਿੱਥੇ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ, ਉੱਥੇ ਹੀ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਜਿਹੜੇ ਕੇਸ ਹੈ ਉਹ ਵੀ ਨਿੱਤ ਵੱਧਦੇ ਜਾ ਰਹੇ ਹਨ, ਜਿਨ੍ਹਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ। ਤੇ ਚੋਣ ਕਮਿਸ਼ਨ ਨੇ ਵੀ ਜਿਹੜਾ ਹੈਗਾ ਕਈ ਤਰ੍ਹਾਂ ਦੀ ਸਖਤੀਆਂ ਕਰੋਨਾ ਵਾਇਰਸ ਦੇ ਪਸਾਰ ਨੂੰ ਦੇਖਦੇ ਲਾਈ ਗਈ ਹੈ। ਤੇ ਅਸੀਂ ਜਾਣਨਾ ਚਾਹਾਂਗੇ ਵੀ ਕਿ ਕਰੋਨਾ ਵਾਇਰਸ ਦੇ ਪਸਾਰ ਦਾ ਇਸ ਵਾਰ ਚੋਣਾਂ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਦੇਖੋ, ਚੋਣ ਕਮਿਸ਼ਨ ਨੇ ਲੰਘੇ ਕੱਲ੍ਹ 5 ਸੂਬਿਆਂ ਦੇ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਹਦੇ ਨਾਲ ਜਿਹੜੀਆਂ ਪੰਜਾਬ ਚੋਣਾਂ ਦਾ ਬਿਗਲ ਹੈ ਜਿਹੜਾ ਉਹ ਵੀ ਵੱਜ ਚੁੱਕਿਆ ਹੈ। ਔਰ ਇਸ ਦੇ ਨਾਲ ਹੀ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹਨਾਂ ਨੇ ਵੀ ਆਪਣੀ ਸਰਗਰਮੀ ਹੈ ਜਿਹੜੀ ਉਹ ਤੇਜ਼ ਕਰ ਦਿੱਤੀ ਹੈ। ਪ੍ਰਮੁੱਖ ਜਿਹੜੀਆਂ ਪਾਰਟੀ ਹੈਗੀ, ਜਿਸ ਤਰ੍ਹਾਂ ਕਾਂਗਰਸ ਹੈ, ਉਸ ਦੀ ਜਿਹੜੀ ਕੈਂਡੀਡੇਟਸ ਦੀ ਸੂਚੀ ਹੈ ਉਹ ਸੰਭਾਵਨਾ ਹੈ ਕਿ ਅੱਜ ਪਹਿਲੀ ਸੂਚੀ ਜਾਰੀ ਹੋ ਜਾਵੇ ਜੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣੇ ਕੈਂਡੀਡੇਟ ਹੈ ਜਿਹੜੇ 4 ਉਮੀਦਵਾਰਾਂ ਤੋਂ ਇਲਾਵਾ ਬਾਕੀ ਐਲਾਨ ਦਿੱਤੇ ਨੇ। ਜੀ। ਔਰ ਆਮ ਆਦਮੀ ਪਾਰਟੀ ਨੇ ਤਕਰੀਬਨ 104 ਕੈਂਡੀਡੇਟ ਹੈ ਜਿਹੜੇ ਉਹ ਐਲਾਨ ਦਿੱਤੇ ਨੇ। ਅਤੇ ਤਕਰੀਬਨ 35 ਦਿਨਾਂ ਦਾ ਜਿਹੜਾ ਅਰਸਾ ਸਾਨੂੰ ਹੁਣ ਸਾਡੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਮਿਲੇਗਾ। ਚੋਣ ਕਮਿਸ਼ਨ ਨੇ ਇਸ ਵਾਰ ਕੁਛ ਨਵੀਆਂ ਪਾਬੰਦੀਆਂ ਜਿਹੜੀਆਂ ਕੋਵਿਡ ਦੇ ਮੱਦੇਨਜ਼ਰ ਆਇਦ ਕੀਤੀਆਂ ਨੇ, ਕਿਉਂਕਿ ਜਿੱਥੇ ਕਰੋਨਾ ਵਾਇਰਸ ਦਾ ਜਿਹੜੀ ਤੀਸਰੀ ਲਹਿਰ ਆਉਣ ਦੇ ਅਸਾਰ ਬਣ ਰਹੇ ਨੇ, ਪੰਜਾਬ ਦੇ ਵਿੱਚ ਕੇਸਾਂ ਦੀ ਗਿਣਤੀ ਹੈ ਜਿਹੜੀ ਲਗਾਤਾਰ ਵੱਧ ਰਹੀ ਹੈ, ਉਸ ਨੂੰ ਦੇਖਦੇ ਜਿੱਥੇ ਮਨੁੱਖੀ ਜਾਨਾਂ ਜ਼ਰੂਰੀ ਨੇ, ਉੱਥੇ ਚੋਣ ਕਮਿਸ਼ਨ ਇਹ ਵੀ ਸਮਝ ਰਿਹਾ ਕਿ ਜਿਹੜੀ ਜਮਹੂਰੀਅਤ ਦੀ ਜਾਨ ਹੈ ਉਹ ਵੀ ਬਚਾਈ ਜਾਣੀ ਲਾਜ਼ਮੀ ਹੈ। ਜੀ। ਜਿਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਹੈ, ਇਸ ਨੂੰ ਸਮੁੱਚੇ ਸੰਸਾਰ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਤੌਰ 'ਤੇ ਵਡਿਆਇਆ ਜਾਂਦਾ ਹੈਗਾ। ਜੀ। ਚਾਹੇ ਇਹਦੇ ਵਿੱਚ ਆਤਿਸ਼ ਜੀ ਲੱਖ ਕਮੀਆਂ ਹੋਣ, ਇਹਦੇ ਬਾਵਜੂਦ ਸਾਡਾ 74 ਸਾਲ ਦਾ ਜਿਹੜਾ ਅਰਸਾ ਹੈ ਡੈਮੋਕ੍ਰੇਸੀ ਦਾ, ਉਹ ਬੜਾ ਸ਼ਾਨਦਾਰ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਇਹਦੇ ਵਿੱਚ ਬਹੁਤ ਸਾਰੇ ਚੋਣ ਸੁਧਾਰਾਂ ਦੀ ਹੋਰ ਵੀ ਜ਼ਰੂਰਤ ਹੈ। ਜੀ। ਪਰ ਕੋਵਿਡ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਜਿਸ ਤਰ੍ਹਾਂ ਕੁਝ ਪਾਬੰਦੀਆਂ ਲਾਈਆਂ ਨੇ, ਉਹ ਵੀ ਚੋਣ ਸੁਧਾਰਾਂ ਦੇ ਨਾਲ ਮੇਲ ਖਾਂਦੀਆਂ ਨੇ। ਜੀ। ਇਹਦੇ ਨਾਲ ਸਾਨੂੰ ਲੱਗਦਾ ਕਿ ਚਾਹੇ ਕੋਵਿਡ ਦੇ ਬਹਾਨੇ ਹੀ ਸਹੀ, ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਨਾਲ, ਜਿਸ ਤਰ੍ਹਾਂ ਫਜ਼ੂਲ ਖਰਚੀ ਹੈ, ਜਾਂ ਲੋਕਾਂ ਦੀ ਐਨਰਜੀ ਹੈ, ਜਾਂ ਪੋਲੀਟੀਕਲ ਧਿਰਾਂ ਦੀ ਐਨਰਜੀ ਹੈ, ਜਾਂ ਮੁੱਦਿਆਂ ਤੋਂ ਭਟਕਾਏ ਜਾਣ ਦੀ ਗੱਲ ਹੈ, ਉਹਨਾਂ ਤੋਂ ਬਚਾਓ ਹੋਏਗਾ। ਜੀ। ਜਿਸ ਤਰ੍ਹਾਂ ਪ੍ਰਮੁੱਖ ਤੌਰ 'ਤੇ ਚੋਣ ਕਮਿਸ਼ਨ ਨੇ ਇੱਕ ਗੱਲ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਹੈਗੀ ਹੈ ਕਿ 15 ਜਨਵਰੀ ਤੱਕ ਜਿਹੜੀਆਂ ਸਿਆਸੀ ਧਿਰਾਂ 5 ਸੂਬਿਆਂ ਦੇ ਵਿੱਚ ਕੋਈ ਚੋਣ ਰੈਲੀ ਵੱਡੀ ਨਹੀਂ ਕਰ ਸਕਣਗੀਆਂ, ਨਾ ਕੋਈ ਰੋਡ ਸ਼ੋਅ ਹੋ ਸਕੇਗਾ, ਔਰ ਨਾ ਕੋਈ ਪਦ ਯਾਤਰਾ ਹੋ ਸਕੇਗੀ, ਅਤੇ ਨਾ ਹੀ ਕੋਈ ਵਾਹਨਾਂ ਦੇ ਵਿੱਚ ਵੱਡਾ ਲੰਬਾ ਕਾਫਲਾ ਜਿਹੜਾ ਉਹ ਕੱਢਿਆ ਜਾ ਸਕੇਗਾ। ਜੀ। ਇਹ ਤੋਂ ਇਲਾਵਾ ਚੋਣ ਕਮਿਸ਼ਨ ਨੇ 2 ਘੰਟੇ ਦਾ ਸਮਾਂ ਵੀ ਹੈ ਜਿਹੜਾ ਚੋਣ ਪ੍ਰਚਾਰ ਦਾ ਘਟਾਇਆ ਹੈ। ਹੁਣ ਇਹਨਾਂ ਨੇ ਰਾਤ ਨੂੰ ਇਹ ਕਰ ਦਿੱਤਾ ਕਿ 8 ਵਜੇ ਤੋਂ ਲੈ ਕੇ ਰਾਤ ਦੇ ਸਵੇਰ ਦੇ 8 ਵਜੇ ਤੱਕ ਕਿਸੇ ਵੀ ਕਿਸਮ ਦਾ ਜਿਹੜਾ ਚੋਣ ਪ੍ਰਚਾਰ ਹੈ ਉਹ ਨਹੀਂ ਹੋਏਗਾ। ਜੀ। ਆਤਿਸ਼ ਜੀ, ਚਾਹੇ 15 ਜਨਵਰੀ ਨੂੰ ਮੁੜ ਚੋਣ ਕਮਿਸ਼ਨ ਨੇ ਇਸ ਦੀ ਸਮੀਖਿਆ ਕਰਨੀ ਹੈ, ਪਰ ਕੁਝ ਗੱਲਾਂ ਇਹਨੇ ਤੈਅ ਕਰ ਦਿੱਤੀਆਂ ਜਿਹੜੀਆਂ ਲਾਜ਼ਮ ਵੀ ਸੀਗੀਆਂ, ਜਿਨ੍ਹਾਂ ਨੂੰ ਇਹ ਲੱਗਦਾ ਕਿ ਐਤਕੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਚੋਣਾਂ ਤੋਂ ਪਹਿਲਾਂ ਇੱਕ ਵੱਡੀਆਂ ਰੈਲੀਆਂ ਕੱਢਦੀਆਂ ਨੇ, ਸ਼ਕਤੀ ਪ੍ਰਦਰਸ਼ਨ ਕਰਦੀਆਂ ਨੇ, ਔਰ ਲੋਕਾਂ ਨੂੰ ਬੱਸਾਂ ਦੇ ਵਿੱਚ, ਟਰੱਕਾਂ ਦੇ ਵਿੱਚ ਢੋਇਆ ਜਾਂਦਾ ਹੈ, ਉਸ ਤੋਂ ਠੱਲ ਪਏਗੀ। ਚੋਣ ਕਮਿਸ਼ਨ ਨੇ ਇੱਕ ਗੱਲ ਬੜੀ ਸਾਫ਼ ਕਹੀ ਹੈਗੀ ਹੈ ਕਿ ਚਾਹੇ 15 ਜਨਵਰੀ ਨੂੰ ਅਸੀਂ ਇਹ ਜ਼ਾਬਤਾ ਅੱਗੇ ਕਾਇਮ ਰੱਖੀਏ, ਚਾਹੇ ਨਾ ਰੱਖੀਏ, ਪਰ ਜਦੋਂ ਵੀ ਹੁਣ ਪੋਲੀਟੀਕਲ ਪਾਰਟੀ ਨੂੰ ਕੋਈ ਵੀ ਚੋਣ ਰੈਲੀ ਕਰਨੀ ਹੋਏਗੀ, ਉਹਨੇ ਸਿਆਸੀ ਮੀਟਿੰਗ ਕਰਨੀ ਹੋਏਗੀ, ਤਾਂ ਜਿਹੜਾ ਜ਼ਿਲ੍ਹਾ ਚੋਣ ਅਧਿਕਾਰੀ ਹੈ ਉਹ ਤੋਂ ਪ੍ਰਵਾਨਗੀ ਲੈਣੀ ਹੋਏਗੀ। ਉਹ ਤਾਂ ਪਹਿਲਾਂ ਵੀ ਲਈ ਜਾਂਦੀ ਹੈ, ਪਰ ਇਹਦੇ ਨਾਲ ਇੱਕ ਨਵੀਂ ਕੰਡੀਸ਼ਨ ਲਾ ਦਿੱਤੀ ਕਿ ਚੋਣ ਰੈਲੀ ਦੇ ਵਿੱਚ ਗਿਣਤੀ ਕਿੰਨੀ ਹੋਏਗੀ ਇਕੱਠ ਦੀ, ਉਹ ਜ਼ਿਲ੍ਹਾ ਚੋਣ ਅਧਿਕਾਰੀ ਤੈਅ ਕਰੇਗਾ। ਅਗਰ ਤੁਸੀਂ ਇਨਡੋਰ ਰੈਲੀ ਕਰ ਰਹੇ ਹੋ ਤਾਂ ਅਲੱਗ ਕਿਸਮ ਦੀ ਗਿਣਤੀ ਹੋਏਗੀ, ਆਊਟਡੋਰ ਕਰ ਰਹੇ ਹੋ ਤਾਂ ਅਲੱਗ ਕਿਸਮ ਦੀ ਗਿਣਤੀ ਹੋਏਗੀ, ਔਰ ਉਹਦੇ ਨਾਲ ਜਿਹੜਾ ਪ੍ਰੋਟੋਕਾਲ ਹੈ, ਕੋਵਿਡ ਪ੍ਰੋਟੋਕਾਲ ਹੈ, ਉਸ ਨੂੰ ਵੀ ਮੰਨਣਾ ਜਿਹੜਾ ਲਾਜ਼ਮੀ ਹੋਏਗਾ। ਔਰ ਇਹਦੇ ਨਾਲ ਇੱਕ ਹੋਰ ਗੱਲ ਕੀਤੀ ਕਿ ਜਿਹੜਾ ਡੋਰ ਟੂ ਡੋਰ ਅਸੀਂ ਪ੍ਰਚਾਰ ਕਰਦੇ ਆ ਪੋਲੀਟੀਕਲ ਪਾਰਟੀਆਂ ਦੇ,
ਨੁਮਾਇੰਦੇ ਜਾਂ ਉਹਨਾਂ ਦੇ ਆਗੂ, ਉਹਨਾਂ ਤੇ ਵੀ ਪਾਬੰਦੀ ਲਾ ਦਿੱਤੀ ਹੈ। ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਸੀਮਤ ਕਰ ਦਿੱਤੀ ਗਈ ਹੈ। ਹੁਣ ਜਿਹੜਾ ਅੱਗੇ ਤੋਂ ਇਹ ਪੂਰੇ ਚੋਣ ਪ੍ਰਚਾਰ ਦਿਨ 35 ਦਿਨਾਂ ਦੇ ਦੌਰਾਨ ਕੋਈ ਵੀ ਪੋਲੀਟੀਕਲ ਪਾਰਟੀ ਦਾ ਜਿਹੜਾ ਆਗੂ ਹੈ, ਚਾਹੇ ਉਹ ਛੋਟਾ ਚਾਹੇ ਵੱਡਾ ਹੈ, ਉਹ 5 ਬੰਦਿਆਂ ਤੋਂ ਇਲਾਵਾ ਵੱਧ ਚੱਲ ਨਹੀਂ ਸਕੇਗਾ। ਸਿਰਫ 5 ਵਿਅਕਤੀ ਹੀ ਜਿਹੜੇ ਡੋਰ ਟੂ ਡੋਰ ਚੋਣ ਕੰਪੇਨ ਹੈ ਜਿਹੜੀ ਉਹ ਕਰ ਸਕਣਗੇ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਚੋਣ ਪ੍ਰਚਾਰ ਦੇ ਦੌਰਾਨ ਜਿਹੜੀ ਵਾਹਨਾਂ ਦੇ ਕਾਫਲੇ ਵੱਡੇ ਵੱਡੇ ਕੱਢੇ ਜਾਂਦੇ, ਰੋਡ ਸ਼ੋਅ ਕੀਤੇ ਜਾਂਦੇ ਆ, ਉਹਨਾਂ ਤੇ ਪਾਬੰਦੀ ਲਾ ਦਿੱਤੀ ਗਈ ਹੈ। ਉਹਦੇ 'ਚ ਕਿਹਾ ਕਿ ਕਾਫਲੇ ਦੇ ਵਿੱਚ ਜਿਹੜੇ 5 ਵਾਹਨ ਹੈ ਉਹੀ ਇੱਕੋ ਦਮ ਅੱਗੇ ਚੱਲ ਸਕਣਗੇ। ਉਸ ਤੋਂ ਬਾਅਦ 100 ਗਜ਼ 100 ਮੀਟਰ ਦੀ ਦੂਰੀ ਤੇ ਫਿਰ ਨੈਕਸਟ ਜਿਹੜੇ 5 ਵਾਹਨ ਚੱਲ ਸਕਣਗੇ। ਔਰ ਜਿਹੜੇ ਹੈਲਥ ਅਥਾਰਟੀ ਹੈ ਉਹਨਾਂ ਨੂੰ ਡਿਪਿਊਟ ਕੀਤਾ ਜਾਏਗਾ, ਚਾਹੇ ਰੋਡ ਸ਼ੋਅ ਹੋਏਗਾ, ਚਾਹੇ ਰੈਲੀ ਹੋਏਗੀ, ਚਾਹੇ ਮੀਟਿੰਗ ਹੋਏਗੀ, ਸਾਰਿਆਂ ਦੇ ਵਿੱਚ ਦੇਖਿਆ ਜਾਏਗਾ ਕਿ ਕੋਵਿਡ ਦੀ ਪਾਲਣਾ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਹੈ। ਅਗਰ ਕਿਤੇ ਵੀ ਕੋਈ ਪੋਲੀਟੀਕਲ ਪਾਰਟੀ ਜਿਹੜੀ ਕਰੋਨਾ ਨੂੰ ਲੈ ਕੇ ਇਹਦੀ ਜਿਹੜੀ ਨਿਯਮ ਬਣੇ ਆ ਉਹਨਾਂ ਦੀ ਕੋਤਾਹੀ ਕਰੇਗੀ ਤਾਂ ਜਿਹੜਾ ਜ਼ਿਲ੍ਹਾ ਚੋਣ ਅਧਿਕਾਰੀ ਹੈ ਜਾਂ ਚੋਣ ਕਮਿਸ਼ਨ ਹੈ ਉਸ ਪਾਰਟੀ ਦੇ ਅੱਗੇ ਵਾਸਤੇ ਰੈਲੀਆਂ ਕਰਨ ਤੇ ਰੋਕ ਵੀ ਪਰਮਾਨੈਂਟਲੀ ਲਾ ਸਕਦਾ ਹੈ। ਇੱਕ ਗੱਲ ਤੈਅ ਹੈ ਕਿ ਇਹਦੇ ਨਾਲ ਕੀ ਗਿਣਤੀ ਹੈ ਜਿਹੜੀ ਪ੍ਰੋਟੋਕਾਲ ਦੀ ਪਾਲਣਾ ਦੇ ਨਾਲ ਕੀ ਹੈ, ਜਿੱਥੇ ਇੱਕ ਵੱਡੇ ਇਕੱਠਾਂ ਨੂੰ ਠੱਲ ਪਏਗੀ ਉੱਥੇ ਲੋਕਾਂ ਦੀ એનર્ਜੀ ਦਾ ਬਚਾਓ ਹੋਏਗਾ। ਕਿਉਂਕਿ ਅਸੀਂ ਤਾਂ ਪਿਛਲੇ ਲੰਬੇ ਅਰਸੇ ਤੋਂ ਪੰਜਾਬੀ ਤਾਂ ਦੇਖਦੇ ਆ ਰਹੇ 20-25 ਸਾਲ ਤੋਂ, ਜਦੋਂ ਵੀ ਚੋਣਾਂ ਆਉਂਦੀਆਂ ਹਰ ਪਾਰਟੀ ਇੱਕ ਫਰਜ਼ੀ ਜਾਂ ਜਿਹੜਾ ਇੱਕ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤਾਂ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਹਰ ਪਾਰਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਵੱਡੀ ਰੈਲੀ ਕੀਤੀ ਜਾਵੇ ਔਰ ਲੋਕਾਂ ਨੂੰ ਦਿਖਾਇਆ ਜਾਵੇ ਕਿ ਜਿਹੜਾ ਮਾਸ ਬੇਸ ਹੈ ਜਾਂ ਲੋਕਾਂ ਦੀ ਹਮਾਇਤ ਹੈ ਉਹਨਾਂ ਦੀ ਪਾਰਟੀ ਦੇ ਨਾਲ ਹੈ। ਤਾਂ ਹੁਣ ਕੀ ਹੋਏਗਾ ਜੇ ਅਗਰ ਇਸ ਤਰ੍ਹਾਂ ਦੀ ਪਾਬੰਦੀਆਂ ਲੱਗਣਗੀਆਂ, ਕਿਉਂਕਿ ਲਾਉਣੀਆਂ ਪੈਣਗੀਆਂ, ਤਾਂ ਇਹਦੇ ਨਾਲ ਲੋਕਾਂ ਦਾ ਇੱਕ ਤਾਂ ਫੇਸ ਟੂ ਫੇਸ ਕੰਟੈਕਟ ਹੈ ਜਿਹੜਾ ਲੀਡਰਾਂ ਦਾ, ਚਾਹੇ ਉਹ ਛੋਟਾ ਆਗੂ ਹੈ ਚਾਹੇ ਵੱਡਾ ਆਗੂ ਹੈ, ਉਹ ਵਧੇਗਾ ਅਤੇ ਲੋਕਾਂ ਦੇ ਮਸਲਿਆਂ ਨੂੰ ਨੇੜੋਂ ਜਾਣ ਸਕੇਗਾ। ਔਰ ਲੋਕਾਂ ਦਾ ਬਿਹੇਵੀਅਰ ਹੈ ਜਿਹੜਾ ਉਹ ਕਿਸ ਕਿਸਮ ਦਾ ਹੋਏਗਾ ਉਹਦਾ ਵੀ ਪ੍ਰਭਾਵ ਹੈ ਜਿਹੜਾ ਕਬੂਲ ਸਕੇਗਾ। ਲੋਕਾਂ ਨੂੰ ਇੱਕ ਸਵਾਲ ਕਰਨ ਦੇ ਜਿਹੜੇ ਮੌਕੇ ਹੈ ਉਹ ਵੀ ਮਿਲਣਗੇ। ਇੱਕ ਭੀੜ ਤੰਤਰ ਦੇ ਤਹਿਤ ਜਿਵੇਂ ਇੱਕ ਸਿਰਜ ਦਿੱਤਾ ਜਾਂਦਾ ਮਾਹੌਲ, ਉਹ ਮਾਹੌਲ ਜਿਹਾ ਇਤਕੀ ਸਿਰਜਣਾ ਜਿਹੜਾ ਉਹ ਔਖਾ ਹੋਏਗਾ। ਕੋਵਿਡ ਦੀਆਂ ਇਹਨਾਂ ਪਾਬੰਦੀਆਂ ਦੇ ਨਾਲ ਕਈ ਤਰ੍ਹਾਂ ਦੇ ਸਾਨੂੰ ਜਿਹੜੇ ਇਲੈਕਸ਼ਨ ਰਿਫਾਰਮ ਹੈ ਇਸ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣਗੇ। ਤਾਂ ਕਿਉਂਕਿ ਬੜੇ ਐਂਗਲਾਂ ਤੋਂ ਇਹ ਚੋਣਾਂ ਅਲੱਗਾ ਨੇ ਔਰ ਇਹ ਪਹਿਲੀ ਵਾਰ ਹੈ ਪੰਜਾਬ ਦੇ ਪੋਲੀਟੀਕਲ ਹਿਸਟਰੀ ਦੇ ਵਿੱਚ ਕਿ ਜਿਹੜੀਆਂ ਇਲੈਕਸ਼ਨ ਹੈ ਇਸ ਕਿਸਮ ਦੇ ਸਹਿਮ ਦੇ ਮਾਹੌਲ ਦੇ, ਇੱਕ ਮਹਾਂਮਾਰੀ ਦੇ ਸਹਿਮ ਦੇ ਮਾਹੌਲ ਦੇ ਵਿੱਚ ਹੋ ਰਹੀਆਂ ਨੇ। ਪਰ ਲੋਕਾਂ ਦੇ ਵਿੱਚ ਇੱਕ ਵੱਡਾ ਉਤਸ਼ਾਹ ਹੈ। ਤਕਰੀਬਨ ਪੰਜਾਬ ਦੇ ਵਿੱਚ ਐਤਕੀ 2 ਕਰੋੜ 11 ਲੱਖ ਜਿਹੜੇ ਵੋਟਰ ਨੇ, ਜਿਨ੍ਹਾਂ ਤੋਂ 1 ਕਰੋੜ ਦੀ ਗਿਣਤੀ ਹੈ ਜਿਹੜੀ ਉਹ ਮਹਿਲਾ ਵੋਟਰਾਂ ਦੀ ਦੱਸੀ ਜਾ ਰਹੀ ਹੈ। ਅਤੇ ਸਾਰੇ ਚੋਣ ਸਟੇਸ਼ਨਾਂ 'ਤੇ ਐਤਕੀ ਪ੍ਰਬੰਧ ਵੀ ਕਰਨੇ। ਚੋਣ ਕਮਿਸ਼ਨ ਨੇ ਇਹ ਵੀ ਕਹਿ ਦਿੱਤਾ ਹੈਗਾ ਕਿ ਜਿਹੜਾ ਵੋਟਿੰਗ ਦਾ ਟਾਈਮ ਹੈ ਉਹਦੇ ਵਿੱਚ 1 ਘੰਟੇ ਦਾ ਜਿਹੜਾ ਇਜ਼ਾਫਾ ਕੀਤਾ ਹੈਗਾ ਅਤੇ ਉੱਥੇ ਵੀ ਪੂਰੇ ਪ੍ਰਬੰਧ ਹੋਣਗੇ ਤਾਂ ਕਿ ਕਿਸੇ ਕਿਸਮ ਦੀ ਜਿਹੜੀ ਜਿਵੇਂ ਮਾਸਕ ਦਾ ਲਾਉਣਾ ਜਾਂ ਸੈਨੀਟਾਈਜ਼ ਕਰਨਾ, ਇਸ ਕਿਸਮ ਦੀਆਂ ਸਾਰੀਆਂ ਸਹੂਲਤਾਂ ਹਰ ਪੋਲਿੰਗ ਸਟੇਸ਼ਨ 'ਤੇ ਪ੍ਰੋਵਾਈਡ ਕਰਾਈਆਂ ਜਾਣਗੀਆਂ। ਔਰ ਰੈਲੀਆਂ ਦੇ ਵਿੱਚ ਜਿੱਥੇ ਚੋਣ ਕਮਿਸ਼ਨ ਦੀ ਇੱਕ ਆਮ ਨਜ਼ਰ ਰਹੇਗੀ ਕਿ ਕਿਤੇ ਚੋਣਾਂ ਦੇ ਜਿਹੜੇ ਕੋਡ ਆਫ ਕੰਡਕਟ ਹੈ ਉਹਦੀ ਵਾਇਓਲੇਸ਼ਨ ਤਾਂ ਨਹੀਂ ਹੋ ਰਹੀ, ਉੱਥੇ ਜਿਹੜੇ ਕੋਵਿਡ ਨਿਯਮਾਂ ਦੀ ਵਾਇਓਲੇਸ਼ਨ ਤਾਂ ਨਹੀਂ ਹੋ ਰਹੀ, ਇਹ ਦੇਖਣ ਲਈ ਜਿਹੜੇ ਹੈਲਥ ਅਥਾਰਟੀ ਦੇ ਅਧਿਕਾਰੀ ਹੈ ਉਹ ਵੀ ਮੌਜੂਦ ਰਹਿਣਗੇ। ਚਰਨਜੀਤ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਕਰੋਨਾ ਦੇ ਪਰਛਾਵੇਂ ਹੇਠ ਹੋਣ ਜਾ ਰਹੀਆਂ, ਜਿਸ ਕਰਕੇ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈ ਗਈਆਂ ਅਤੇ ਇਸ ਦੇ ਨਾਲ ਹੀ ਇਸ ਵਾਰ ਜਿਹੜਾ ਹੈ ਇੱਕ ਵੱਡੀ ਚੀਜ਼ ਇਹ ਵੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬ ਚੋਣਾਂ ਦੇ ਵਿੱਚ 5 ਵੱਡੀ ਧਿਰਾਂ ਆਪਣੀ ਕਿਸਮਤ ਅਜਮਾਉਣਗੀਆਂ, ਲੋਕਾਂ 'ਚ ਜਾਣਗੀਆਂ, ਜਿਹੜਾ ਵੋਟਾਂ ਮੰਗਣਗੀਆਂ। ਤਾਂ ਇਸ ਕਰਕੇ ਜਿਹੜਾ ਇਸ ਵਾਰ ਦੀ ਵਿਧਾਨ ਸਭਾ ਚੋਣਾਂ ਪਿਛਲੀਆਂ ਚੋਣਾਂ ਤੋਂ ਕੁਝ ਵੱਖਰੀਆਂ ਦਿਖਾਈ ਦੇ ਰਹੀਆਂ। ਅਸੀਂ ਜਾਣਨਾ ਚਾਹਾਂਗੇ ਹੋਰ ਇਸ 'ਚ ਤੁਹਾਨੂੰ ਕੀ ਵੱਖਰਾ ਦਿਖ ਰਿਹਾ। ਦੇਖੋ ਆਤਿਸ਼ ਜੀ, ਇਹ 'ਚ ਸਭ ਕੁਝ ਹੀ ਐਤਕੀ ਵੱਖਰਾ ਦਿਖ ਰਿਹਾ ਹੈ। ਜਿਸ ਤਰ੍ਹਾਂ ਪਹਿਲਾਂ ਆਪਾਂ ਕੋਵਿਡ ਦੀ ਗੱਲ ਕੀਤੀ ਕਿ ਪਹਿਲਾਂ ਲੋਕ ਹੋਰ ਤਰੀਕੇ ਦੇ ਹੋਰ ਕਿਸਮ ਦੇ ਮਾਹੌਲ ਦੇ ਵਿੱਚ ਵੋਟਾਂ ਪਾਉਂਦੇ ਨੇ, ਕਿਉਂਕਿ ਹਜੇ ਦਿਨ ਪਏ ਹੈ ਵੋਟਿੰਗ ਦੇ 35 ਦਿਨਾਂ ਦਾ, ਤਾਂ 34-35 ਕਰੀਬ ਦਿਨ ਪਏ ਨੇ। ਤਾਂ ਉਹਦੇ ਵਿੱਚ ਇਹ ਮਹਾਂਮਾਰੀ ਅੱਗੇ ਕਿੰਨਾ ਕੁ ਇਹਦਾ ਪਸਾਰ ਹੁੰਦਾ ਹੈ। ਜਿਸ ਤਰ੍ਹਾਂ ਸਾਡੇ ਮੁੱਖ ਚੋਣ ਅਧਿਕਾਰੀ ਡਾਕਟਰ ਕਰਨਾ ਰਾਜੂ ਜੀ ਨੇ, ਉਹਨਾਂ ਨੂੰ ਵੀ ਅੱਜ ਕੋਵਿਡ ਪੋਜ਼ੀਟਿਵ ਆ ਗਿਆ ਅਤੇ ਸਾਡੇ ਮੁੱਖ ਮੰਤਰੀ ਦੀ ਫੈਮਿਲੀ ਦੇ ਵਿੱਚ ਕੋਵਿਡ ਪੋਜ਼ੀਟਿਵ ਆ ਗਏ ਨੇ। ਇਸ ਤਰ੍ਹਾਂ ਰਾਣਾ ਗੁਰਜੀਤ ਜੀ ਆ, ਹੋਰ ਕਈ ਜਿਹੜੀਆਂ ਅਹਿਮ ਪੋਲੀਟੀਕਲ ਹਸਤੀਆਂ ਨੇ ਜਿਵੇਂ ਢੀਂਡਸਾ ਸਾਹਿਬ ਹੈ ਉਹ ਕੋਵਿਡ ਪੋਜ਼ੀਟਿਵ ਆ ਗਏ ਨੇ। ਆਉਣ ਵਾਲੇ ਦਿਨਾਂ 'ਚ ਕਿੰਨਾ ਕੁ ਪਸਾਰ ਹੁੰਦਾ ਹੈ ਉਸ 'ਤੇ ਵੀ ਨਿਰਭਰ ਕਰਦਾ ਹੈ। ਪਰ ਚੋਣ ਕਮਿਸ਼ਨ ਦੀ ਇਹ ਇੱਕ ਕੋਸ਼ਿਸ਼ ਹੈਗੀ ਹੈ ਕਿ ਚਾਹੇ ਇਹ ਸਹਿਮ ਹੈਗਾ ਲੋਕਾਂ ਦੇ ਵਿੱਚ ਬਿਮਾਰੀ ਦੇ ਚਲਦਿਆਂ ਕਿ ਵੱਧ ਤੋਂ ਵੱਧ ਪੋਲਿੰਗ ਪਰਸੈਂਟੇਜ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਵਧਾਈ ਜਾਵੇ, ਜਿਵੇਂ ਬਾਕੀ ਸੂਬਿਆਂ ਦੇ ਵਿੱਚ ਵਧਾਈ ਜਾਵੇ। ਤਾਂ ਜਿੱਥੋਂ ਤੱਕ ਸਵਾਲ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੀ ਇਸ ਤਰ੍ਹਾਂ ਅਲੱਗ ਦੇਖਣ ਨੂੰ ਮਿਲ ਰਿਹਾ ਹੈਗਾ, ਇੱਕ ਤਾਂ ਸਾਡੇ ਸਾਰੇ ਦਰਸ਼ਕ ਇਸ ਗੱਲ ਤੋਂ ਭਲੀ ਭਾਂਤ ਜਾਣੂ ਨੇ ਕਿ 1947 ਤੋਂ ਬਾਅਦ ਜਿਹੜਾ 1966 ਤੱਕ ਵਾਲਾ ਪੀਰੀਅਡ ਰਿਹਾ ਉਹ ਪੰਜਾਬ ਦੇ ਵਿੱਚ ਇੱਕ ਕਾਂਗਰਸ ਡੋਮੀਨੇਸ਼ਨ ਵਾਲਾ
ਪੀਰੀਅਡ ਰਿਹਾ, ਉਹ ਟਾਈਮ ਕਿਹਾ ਜਾ ਸਕਦਾ ਹੈਗਾ। 1967 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਦਾ ਹੈ, ਉਸ ਤੋਂ ਲੈ ਕੇ 2017 ਦੇ ਵਿੱਚ ਚਾਹੇ ਮਲਟੀ ਪਾਰਟੀ ਸਿਸਟਮ ਹੈ ਸਾਡੇ, ਪਰ ਜਿਹੜਾ ਮੁਕਾਬਲਾ ਸੀ ਚੋਣਾਂ ਦੇ ਵਿੱਚ ਉਹ ਦੋ ਧਿਰਾਂ ਦੇ ਵਿੱਚ ਹੀ ਹੁੰਦਾ ਆ ਰਿਹਾ ਸੀ। ਟੂ ਪਾਰਟੀ ਸਿਸਟਮ ਬਣ ਕੇ ਰਹਿ ਗਿਆ ਸੀ ਇੱਕ ਤਰੀਕੇ ਨਾਲ, ਕਿ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ। ਔਰ ਪਿਛਲੀਆਂ 2017 ਦੀਆਂ ਚੋਣਾਂ ਦੇਖੀਏ ਤਾਂ ਇਹਦੇ ਵਿੱਚ ਇੱਕ ਧਿਰ ਹੈ ਜਿਹੜੀ ਹੋਰ ਅਮਰਜ ਹੋਈ ਹੈ, ਜਾਂ ਉਦੋਂ ਪਹਿਲਾਂ 2014 ਵਾਲੀਆਂ ਲੋਕ ਸਭਾ ਚੋਣਾਂ ਦੇਖ ਲਈਏ, ਉਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਹੈ ਜਿਹੜੀ ਇੱਕ ਐਂਟਰੀ ਹੋਈ ਹੈ। 2017 'ਚ ਚਾਹੇ ਉਸ ਤਰ੍ਹਾਂ ਦੀ ਪਰਫਾਰਮੈਂਸ ਜਿਸ ਤਰ੍ਹਾਂ ਦੀ ਅਨੁਮਾਨ ਲਾਏ ਜਾ ਰਹੇ ਸੀ, ਆਮ ਆਦਮੀ ਪਾਰਟੀ ਨਹੀਂ ਦਿਖਾ ਸਕੀ, ਪਰ ਉਹ ਪਿਛਲੀ ਚੋਣ ਦੇ ਵਿੱਚ ਤਿੰਨ ਧਿਰਾਂ ਦੇ ਵਿੱਚ ਮੁਕਾਬਲਾ ਸੀ। ਔਰ ਇਸ ਕਿਸਮ ਦੇ ਐਤਕੀ ਜਿਹੜੀਆਂ ਚੋਣਾਂ ਹੋਣੀਆਂ ਨੇ ਹੁਣ ਵਿਧਾਨ ਸਭਾ ਦੀਆਂ 'ਚ, ਉਹ 'ਚ ਬੜਾ ਦਿਲਚਸਪ ਮੁਕਾਬਲਾ ਹੋਏਗਾ। ਐਤਕੀ ਬਹੁਤ ਧਿਰੀ ਮੁਕਾਬਲਾ ਹੋਏਗਾ। ਕਿਸ ਤਰ੍ਹਾਂ, ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ 24 ਸਾਲਾਂ ਬਾਅਦ ਜਿਹੜੀ ਕਾਂਗਰਸ ਪਾਰਟੀ ਛੱਡਤੀ, ਪਾਰਟੀ ਛੱਡਣ ਤੋਂ ਬਾਅਦ ਹੈ ਉਹਨਾਂ ਨੇ ਜਿਹੜਾ ਅਕਾਲੀ ਦਲ ਡੈਮੋਕ੍ਰੇਟਿਕ ਹੈ ਢੀਂਡਸੇ ਵਾਲਾ, ਉਹਨਾਂ ਨਾਲ ਹੱਥ ਮਿਲਾ ਲਿਆ ਔਰ ਭਾਜਪਾ ਨਾਲ ਹੱਥ ਮਿਲਾ ਲਿਆ। ਔਰ 1996 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਜਿਹੜੇ ਉਹ ਦੋਨੇ ਅਲੱਗ-ਅਲੱਗ ਹੋ ਕੇ, ਇਹ ਵੀ ਤਕਰੀਬਨ 24 ਸਾਲ ਦਾ ਅਰਸਾ ਬਣਦਾ ਹੈ, ਅਲੱਗ-ਅਲੱਗ ਚੋਣ ਲੜ ਰਹੇ ਨੇ। ਭਾਜਪਾ ਇੰਡੀਪੈਂਡੈਂਟਲੀ ਇਸ ਵਾਰ ਚੋਣ ਲੜ ਰਹੀ ਹੈ, ਅਕਾਲੀ ਦਲ ਅਲੱਗ ਹੋ ਕੇ ਚੋਣ ਲੜ ਰਿਹਾ ਹੈ। ਔਰ ਅਕਾਲੀ ਦਲ ਦੀ ਇਸ ਵਾਰ ਜਿਹੜਾ ਬੋਲ ਅਲਾਇੰਸ ਹੈ ਉਹ ਬਸਪਾ ਦੇ ਨਾਲ ਹੈਗਾ। ਪਹਿਲਾਂ ਵੀ ਇੱਕ ਵਾਰ ਰਿਹਾ, ਹੁਣ ਬਸਪਾ ਦੇ ਨਾਲ ਉਹਨਾਂ ਨੇ ਕੀਤਾ ਹੈਗਾ। ਆਮ ਆਦਮੀ ਪਾਰਟੀ ਚੋਣ ਮੈਦਾਨ ਦੇ ਵਿੱਚ ਹੈ। ਔਰ ਵੱਡੀ ਗੱਲ ਹੈ ਕਿ ਸੰਯੁਕਤ ਸਮਾਜ ਪਾਰਟੀ ਹੈ ਜਿਹੜੀ, ਉਹ ਵੀ ਮੈਦਾਨ ਦੇ ਵਿੱਚ ਆਈ ਹੈ ਇੱਕ ਕਿਸਾਨੀ ਧਿਰ ਦੇ ਵਜੋਂ। ਇਹ ਇੱਕ ਨਵੀਂ ਪਾਰਟੀ ਅਮਰਜ ਹੋਈ ਹੈ। ਪਤਾ ਲੱਗਿਆ ਕਿ ਅੱਜ ਹੈ ਜਿਹੜੇ ਚੁਨੌਨੀ ਸਾਹਿਬ ਦੀ ਪਾਰਟੀ ਹੈ ਉਹ ਵੀ ਉਹਦੇ ਵਿੱਚ ਸ਼ਾਮਲ ਹੋਈ ਹੈ। ਔਰ ਅੱਜ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਅਸੀਂ ਆਪਣੀ ਚੋਣ ਮੈਨੀਫੈਸਟੋ ਕਮੇਟੀ ਦਾ ਜਿਹੜਾ ਗਠਨ ਕਰ ਦਿੱਤਾ ਹੈ, ਕਿਉਂਕਿ ਪਹਿਲਾਂ ਇਹਨਾਂ ਦੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨਾਲ ਗੱਲ ਚੱਲਦੀ ਸੀ ਕਿ ਜਿਹੜੀ ਲਾਸਟ ਸਟੇਜ 'ਤੇ ਆ ਕੇ ਟੁੱਟ ਗਈ ਹੈ। ਇਸ ਕਰਕੇ ਚੋਣ ਮੈਦਾਨ ਦੇ ਵਿੱਚ ਐਤਕੀ ਜਿਹੜਾ ਮੁਕਾਬਲਾ ਹੈ ਉਹ ਬਹੁਤ ਧਿਰੀ ਮੁਕਾਬਲਾ ਹੋਏਗਾ। ਔਰ ਲੋਕਾਂ ਦੀਆਂ ਨਜ਼ਰਾਂ ਖਾਸ ਤੌਰ 'ਤੇ ਜਿੱਥੇ ਰਵਾਇਤੀ ਤਰ੍ਹਾਂ 'ਤੇ ਲੱਗੇਗਾ ਆਮ ਆਦਮੀ ਪਾਰਟੀ 'ਤੇ ਲੱਗਣਗੀਆਂ, ਨਾਲ ਜਿਹੜੀ ਸੰਯੁਕਤ ਸਮਾਜ ਪਾਰਟੀ ਹੈ ਇਹਦੀ ਪਰਫਾਰਮੈਂਸ ਕਿਸ ਕਿਸਮ ਦੀ ਰਹਿੰਦੀ ਹੈ, ਇਹ ਕਿਸ ਕਿਸਮ ਦਾ ਮੈਨੀਫੈਸਟੋ ਲੈ ਕੇ ਆਉਂਦੀ ਹੈ, ਕਿਸ ਕਿਸਮ ਦਾ ਏਜੰਡਾ ਲੋਕਾਂ ਦੇ ਅੱਗੇ ਪੇਸ਼ ਕਰਦੀ ਹੈ, ਔਰ ਕਿਸ ਤਰ੍ਹਾਂ ਲੋਕ ਇਹਨੂੰ ਰਿਸਪੌਂਡ ਕਰਦੇ ਨੇ, ਉਹ ਵੀ ਦੇਖਣ ਵਾਲਾ ਹੋਏਗਾ। ਇੱਕ ਅਲੱਗ ਕਿਸਮ ਦੀ ਜਿਹੜੀ ਕਿ ਵੋਟਿੰਗ ਬਿਹੇਵੀਅਰ ਹੈ ਜਾਂ ਆਪਾਂ ਵੋਟਿੰਗ ਪੈਟਰਨ ਹੈ, ਉਹ ਬਿਲਕੁਲ ਅਲੱਗ ਕਿਸਮ ਦਾ ਵੀ ਹੋਏਗਾ। ਉਹਦਾ ਕਾਰਨ ਆਤਿਸ਼ ਇੱਕ ਇਹ ਹੈ ਕਿ ਆਪਾਂ ਪਿਛਲੇ ਸਵਾ ਸਾਲ ਤੋਂ ਉਸ ਦੀ ਚਰਚਾ ਵੀ ਕਰਦੇ ਆ ਰਹੇ ਹਾਂ ਲਗਾਤਾਰ, ਕਿ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਕਿਸਾਨ ਅੰਦੋਲਨ ਚੱਲਿਆ ਸੀ, ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਰਾਜਸੀ ਜਿਹੜੀ ਚੇਤਨਾ ਔਰ ਰਾਜਸੀ ਜਿਹੜੀ ਸਮਝ ਹੈ ਉਹ ਪੈਦਾ ਹੋਈ ਹੈ। ਕਿਉਂਕਿ ਰਵਾਇਤੀ ਧਿਰਾਂ ਹੁਣ ਤੱਕ ਜਦੋਂ ਵੀ ਚੋਣਾਂ ਦਾ ਬਿਗਲ ਵੱਜਦਾ ਸੀਗਾ, ਲੋਕਾਂ ਨੂੰ ਬੇਵਕੂਫ ਬਣਾਉਣਾ ਸ਼ੁਰੂ ਕਰ ਦਿੰਦੀਆਂ ਸੀਗੀਆਂ, ਕਿ ਉਹ ਹਮੇਸ਼ਾ ਕਹਿੰਦੇ ਕਿ ਲੋਲੀਪੌਪ, ਕਿ ਤੁਹਾਨੂੰ ਆਹ ਦੇਵਾਂਗੇ, ਜਾਂ ਇਸ ਕਿਸਮ ਦੇ ਵਾਅਦੇ ਕਰਦੀਆਂ ਸੀ। ਹੁਣ ਇੱਕ ਤਾਂ ਹੈ ਕਿ ਲੋਕਾਂ ਨੇ ਇਹ ਸ਼ਨਾਖਤ ਕਰ ਲਈ ਹੈਗੀ ਹੈ, ਕਿਉਂਕਿ ਉਹਨਾਂ ਦੀ ਨਜ਼ਰਾਂ 'ਚ ਇੱਕ ਤਾਂ ਇਹ ਹੈ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰ ਹੈ ਉਹ ਕਾਫੀ ਗਿਰ ਗਏ ਨੇ। ਉਹਨਾਂ ਨੂੰ ਹੁਣ ਸਮਝ ਪੈ ਗਈ ਹੈ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰ ਹੈ, ਜਿਹੜੇ ਸਾਨੂੰ ਅਗਵਾਈ ਕਰਨ ਵਾਲੇ ਲੋਕ ਹੈ, ਉਹਨਾਂ ਦੇ ਅੱਲੇ ਪੱਲੇ ਕੁਛ ਹੈ ਨਹੀਂ। ਉਹਨਾਂ ਦੇ ਮਿਸ਼ਨ ਹੈ ਜਿਹੜੇ ਕੁਝ ਹੋਰ ਨੇ। ਜਿਹੜਾ ਉਹਨਾਂ ਦਾ ਝੌਲਾ ਪਾਇਆ ਜਾਂਦਾ ਹੈ ਲੋਕ ਹਿੱਤਾਂ ਦਾ, ਉਹ ਸਿਰਫ ਫਰਜ਼ੀ ਕਢਾਇਆ ਜਾਂਦਾ ਚੋਣਾਂ ਦੇ ਟਾਈਮ, ਕਿ ਅਸੀਂ ਪੰਜਾਬ ਨੂੰ ਪਿਆਰ ਕਰਨ ਵਾਲੇ ਹਾਂ, ਪੰਜਾਬ ਨਵਾਂ ਸਿਰਜਿਆ ਜਾਣਾ ਹੈ, ਨਵਾਂ ਪੰਜਾਬ ਬਣਾਇਆ ਜਾਣਾ ਹੈ। ਇਹ ਸਿਰਫ ਕਹਿਣ ਦੀਆਂ ਗੱਲਾਂ ਨੇ। ਉਹਨਾਂ ਨੂੰ ਲੀਡਰਾਂ ਦੀ ਅਸਲੀ ਬੋਲਬਾਣੀ ਦਾ, ਉਹਨਾਂ ਦੇ ਕਿਰਦਾਰ ਦਾ ਪਤਾ ਲੱਗ ਗਿਆ ਹੈਗਾ। ਅਤੇ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਜਿਹੜੇ ਮੁਫਤਖੋਰੀ ਦੇ ਵਾਅਦੇ ਕੀਤੇ ਜਾਂਦੇ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੈਗਾ। ਉਹ ਇਹ ਵੀ ਜਾਣਦੇ ਕਿ ਸਾਡਾ ਪੰਜਾਬ ਹੈ ਜਾਂ ਪੰਜਾਬ ਦੇ ਲੋਕ ਉਹ ਕਿੰਨੇ ਪਛਾਣ ਚਲੇ ਗਏ ਨੇ। ਜਿਹੜੇ ਪੋਲੀਟੀਕਲ ਪਾਰਟੀਆਂ ਦੇ ਰਵਾਇਤੀ ਨੇਤਾ ਨੇ, ਉਹ ਦੌਲਤ ਦੇ ਮਾਮਲੇ ਵਿੱਚ ਕਈ ਗੁਣਾ ਅੱਗੇ ਨਿਕਲ ਚੁੱਕੇ ਨੇ। ਤਾਂ ਜਿਹੜੀਆਂ ਐਤਕੀ ਚੋਣਾਂ ਹੋਣਗੀਆਂ, ਜਿਹੜੇ ਕੌਨਫੀਡੈਂਸ ਨਾਲ ਅੱਗੇ ਨੇਤਾ ਲੋਕ ਪਿੰਡਾਂ ਸ਼ਹਿਰਾਂ ਦੇ ਵਿੱਚ ਕੰਪੇਨ ਕਰਨ ਜਾਂਦੇ ਸੀ, ਐਤਕੀ ਉਹ ਅੰਡਰ ਪ੍ਰੈਸ਼ਰ ਹੋਣਗੇ। ਔਰ ਲੋਕ ਹੈ ਜਿਹੜੇ, ਉਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹ ਕਾਫੀ ਕਈ ਗੁਣਾ ਅੱਗੇ ਵਧਿਆ ਹੋਏਗਾ। ਉਹ ਉਹਨਾਂ ਨੂੰ ਸਵਾਲ ਜਵਾਬ ਕਰਨਗੇ। ਲੋਕਾਂ ਨੂੰ ਇਸ਼ੂਆਂ ਦੀ ਸ਼ਨਾਖਤ ਹੋ ਗਈ ਹੈ, ਇਸ਼ੂਆਂ 'ਤੇ ਉਹਨਾਂ ਨੂੰ ਘੇਰਿਆ ਜਾਏਗਾ, ਉਹਨਾਂ ਦੀ ਘੇਰਾਬੰਦੀ ਹੋਏਗੀ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈਗੀ ਹੈ। ਤਾਂ ਜਿੱਥੇ ਇਸ ਤਰ੍ਹਾਂ ਹੁਣ ਪਿੱਛੇ ਮੋਦੀ ਵਾਲੀ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ 5 ਜਨਵਰੀ ਨੂੰ ਆਏ ਨੇ ਫਿਰੋਜ਼ਪੁਰ, ਰਸਤੇ 'ਚੋਂ ਮੁੜੇ ਨੇ, ਔਰ ਜਾਣ ਵੇਲੇ ਜਿਹੜੀ ਇੱਕ ਉਹਨਾਂ ਨੇ ਪੋਲੀਟੀਕਲ ਸਟੇਟਮੈਂਟ ਕਹਿ ਲਓ ਦਿੱਤੀ ਹੈਗੀ ਹੈ, ਉਹ ਤੋਂ ਮੈਦਾਨ ਪੱਖਿਆ ਹੋਇਆ। ਤਾਂ ਬਹੁਤ ਸਾਰੇ ਲੋਕ ਇਹ ਵੀ ਚਰਚਾ ਚੱਲ ਰਹੀ ਹੈ ਕਿ ਇਹਦਾ ਫਾਇਦਾ ਜਿਹੜਾ ਉੱਤਰਾਖੰਡ ਔਰ ਯੂਪੀ ਦੇ ਵਿੱਚ ਲਿਆ ਜਾਣਾ ਹੈ। ਅਤੇ ਨਾਲ ਇਹ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਵੀ ਇੱਕ ਧਰੁਵੀਕਰਨ ਇਹਦੇ ਨਾਲ ਹੋਏਗਾ।
ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਰੱਦ ਵੀ ਕਰਦੇ ਨੇ ਕਿ ਪੰਜਾਬ ਦਾ ਜਿਹੜਾ ਇੱਕ ਭਾਈਚਾਰਾ ਹੈ, ਸ਼ਹਿਰੀ ਭਾਈਚਾਰਾ ਹੈ, ਉਹਨੂੰ ਅਸੀਂ ਹਿੰਦੀ ਹਰਟਲੈਂਡ ਨਾਲ ਮੇਲ ਨਹੀਂ ਸਕਦੇ ਜੀ। ਕਿਉਂਕਿ ਸਾਡੇ ਪੰਜਾਬੀ ਸੁਭਾਅ ਵਾਲਾ ਜਿਹੜਾ ਸ਼ਹਿਰੀ ਤਬਕਾ ਹੈ ਜਿਸ ਦੀ ਪੋਲਰਾਈਜੇਸ਼ਨ ਦੀ ਗੱਲ ਕੀਤੀ ਜਾਂਦੀ ਹੈ। ਦੂਜਾ, ਉਸ ਦੇ ਕੋਲੇ ਬਦਲ ਵੀ ਬਹੁਤ ਨੇ, ਇਹ ਨਹੀਂ ਕਿ ਇਕੱਲੀ ਭਾਜਪਾ ਹੈ, ਉਸ ਦੇ ਕੋਲੇ ਕਾਂਗਰਸ ਵੀ ਹੈ। ਜਦੋਂ ਵੱਡੇ ਬਾਦਲ ਸਾਹਿਬ ਅਗਵਾਈ ਕਰਦੇ ਸੀ, ਉਹਨਾਂ ਨੂੰ ਹਿੰਦੂ ਤਬਕਾ ਜਿਹੜਾ ਉਹ ਲਿਬਰਲ ਨੇਤਾ ਦੇ ਤੌਰ ਤੇ ਮੰਨਦਾ ਹੈਗਾ। ਪਰ ਇਸ ਵਾਰ ਕਿਉਂਕਿ ਲੋਕਾਂ ਦੀ ਸਮਝ ਡਿਵੈਲਪ ਹੋਈ ਵੀ ਹੈ, ਲੋਕ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਵੱਡੀ ਕ੍ਰਾਂਤੀ ਕਰ ਦੇਣਗੇ, ਪਰ ਲੋਕਾਂ ਨੂੰ ਆਪਣੇ ਹੱਕਾਂ ਦਾ, ਆਪਣੇ ਅਧਿਕਾਰਾਂ ਦਾ ਪਤਾ ਲੱਗਿਆ। ਉਹਨਾਂ 'ਚ ਜਿਹੜੀ ਸਿਆਸੀ ਚੇਤਨਾ ਉਹ ਕਈ ਗੁਣਾ ਉਹਦੇ 'ਚ ਇਜ਼ਾਫਾ ਹੋਇਆ। ਇਹਦਾ ਕਰਕੇ ਜਿਹੜੀ ਪੋਲਰਾਈਜੇਸ਼ਨ ਦੀ ਸੰਭਾਵਨਾ ਕਾਫੀ ਘੱਟ ਹੈ। ਜਿਵੇਂ ਸਾਡੇ ਵੋਟਿੰਗ ਬਿਹੇਵੀਅਰ ਦੇ ਮੇਨ ਪੈਟਰਨ ਰਹਿੰਦਾ ਕਿ ਅਸੀਂ ਕਈ ਵਾਰੀ ਇੱਕ ਧਰਮ ਨੂੰ ਦੇਖ ਕੇ ਵੋਟਾਂ ਪਾਉਂਦੇ ਹਾਂ, ਜਾਂ ਇੱਕ ਨਸਲ ਨੂੰ ਦੇਖ ਕੇ, ਇੱਕ ਜਾਤ ਨੂੰ ਦੇਖ ਕੇ, ਇਸ ਕਿਸਮ ਦੀਆਂ ਜਿਹੜੀਆਂ, ਜਾਂ ਇੱਕ ਸ਼ਖਸੀਅਤ ਨੂੰ ਦੇਖ ਕੇ। ਮੈਂ ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਕਿਵੇਂ ਤੂਤੀ ਬੋਲੀ ਸੀ ਪੰਜਾਬ ਦੇ ਵਿੱਚ, ਐਤਕੀ ਇਸ ਗੱਲ ਤੋਂ ਹਟ ਕੇ ਮੈਨੂੰ ਲੱਗਦਾ ਇਸ਼ੂ ਬੇਸਡ ਹੈ ਜਿਹੜੀ ਉਹ ਪੋਲੀਟਿਕਸ ਹੈ, ਜਾਂ ਜਿਹੜੀ ਵੋਟਿੰਗ ਹੈ ਉਹ ਹੋਏਗੀ। ਜੀ ਚਰਨਜੀਤ ਜੀ, ਪੰਜਾਬ ਦੇ ਵਿੱਚ ਵੋਟਾਂ ਲਈ ਸਿਰਫ 35 ਦਿਨਾਂ ਦਾ ਸਮਾਂ ਜਿਹੜਾ ਬਾਕੀ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 35 ਦਿਨ ਹੀ ਚੋਣ ਪ੍ਰਚਾਰ ਲਈ ਮਿਲਣਗੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹਨਾਂ 35 ਦਿਨਾਂ 'ਚ ਪੰਜਾਬ ਲਈ ਕਿਹੜੇ ਜਿਹੜੇ ਵੱਡੇ ਮੁੱਦੇ ਨੇ ਉਹ ਚੋਣ ਪ੍ਰਚਾਰ ਦਾ ਹਿੱਸਾ ਬਣ ਸਕਦੇ ਨੇ। ਇਸ ਤੋਂ ਪਹਿਲਾਂ ਨਾਲ ਹੀ ਅਸੀਂ ਇਹ ਵੀ ਜਾਣਨਾ ਚਾਹਾਂਗੇ ਵੀ ਕਿ 2017 'ਚ ਸਿਆਸੀ ਪਾਰਟੀਆਂ ਦੀ ਪਰਫਾਰਮੈਂਸ ਕਿਹੋ ਜਿਹੀ ਰਹੀ ਸੀ। ਦੇਖੋ ਆਤਿਸ਼ ਜੀ, ਪੰਜਾਬ ਦੇ ਮੁੱਦਿਆਂ ਬਾਰੇ ਤਾਂ ਹੁਣ ਮੈਨੂੰ ਲੱਗਦਾ ਕਿ ਨੈਣਾ ਜਿਹੜਾ ਹੈਗਾ ਉਹ ਜਾਣਦਾ ਹੈ ਜੀ। ਮੁੱਖ ਤੌਰ 'ਤੇ ਪੰਜਾਬ ਦਾ ਜਿਸ ਤਰ੍ਹਾਂ ਦਾ ਪੋਲੀਟੀਕਲ ਸੁਭਾਅ ਹੈ, ਜਾਂ ਅਸੀਂ ਆਪਾਂ ਕਹਿ ਲਈਏ ਸਾਡੀ ਐਗਰੇਰੀਅਨ ਸਟੇਟ ਹੈਗੀ ਹੈ ਪੰਜਾਬ, ਉਹਨੂੰ ਦੇਖ ਕੇ ਲੱਗਦਾ ਕਿ ਜਵਾਨੀ ਅਤੇ ਕਿਸਾਨੀ ਮੁੱਖ ਤੌਰ 'ਤੇ ਜਿਹੜਾ ਫੋਕਸ ਰਹੇਗਾ। ਔਰ ਇਹਦੇ ਨਾਲ ਜਿਹੜਾ ਇੰਡਸਟਰੀ ਹੈ ਜਿਹੜੀ, ਕਿਉਂਕਿ ਅਸੀਂ ਇੰਡਸਟਰੀ ਦੇ ਮਾਮਲੇ 'ਚ ਕਾਫੀ ਪਿੱਛੇ ਚਲੇ ਗਏ, ਜਾਂ ਕਾਰੋਬਾਰੀ ਲੋਕਾਂ ਨੂੰ ਲੱਗਦਾ ਕਿ ਇਕੱਲੀ ਕਿਸਾਨੀ ਦੀ ਗੱਲ ਹੋ ਰਹੀ ਹੈ, ਤਾਂ ਉਹਨਾਂ ਦੇ ਮੁੱਦੇ ਵੀ ਭਾਰੂ ਰਹਿਣਗੇ। ਖਾਸ ਕਰਕੇ ਜਵਾਨੀ ਦਾ ਜੁੜਿਆ ਹੋਇਆ ਜਿਹੜਾ ਮੁੱਦਾ ਹੈਗਾ ਬੇਰੁਜ਼ਗਾਰੀ ਦਾ, ਅਨਇੰਪਲਾਇਮੈਂਟ ਹੈ। ਮੇਰੇ ਯਾਦ ਹੈ ਕਿ 2012 ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਸੀਗਾ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ, ਕਿ ਅਸੀਂ ਪੰਜਾਬ ਦੇ 26 ਲੱਖ ਲੋਕਾਂ ਨੂੰ ਜਿਹੜਾ ਰੁਜ਼ਗਾਰ ਦੇਵਾਂਗੇ। ਅਤੇ ਐਂਡ ਦੇ ਵਿੱਚ ਆ ਕੇ ਇਹਨਾਂ ਨੇ ਕਲੇਮ ਵੀ ਕੀਤਾ ਸੀ ਕਿ ਅਸੀਂ 25 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ। ਤਾਂ ਇਹਨਾਂ ਨੇ, ਕਾਂਗਰਸ ਵਾਲਿਆਂ ਨੇ ਵੀ ਘਰ ਘਰ ਰੁਜ਼ਗਾਰ ਦੀ ਗੱਲ ਕਹੀ ਸੀਗੀ, ਤਾਂ ਇਹ ਵੀ ਕਹਿੰਦੇ ਕਿ ਅਸੀਂ 25 ਲੱਖ ਨੂੰ ਦੇ ਦਿੱਤਾ। ਅਤੇ ਦੋਨਾਂ ਨੂੰ ਮਿਲਾ ਲਈਏ ਤਾਂ ਆਪਾਂ ਇਹ ਲੱਗਦਾ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ 51 ਲੱਖ ਲੋਕਾਂ ਨੂੰ ਜਿਹੜਾ ਰੁਜ਼ਗਾਰ ਹੈ ਮਿਲ ਚੁੱਕਾ ਹੈ। ਅਗਰ ਇੰਨੀ ਵੱਡੀ ਪੱਧਰ 'ਤੇ ਰੁਜ਼ਗਾਰ ਮਿਲ ਚੁੱਕਾ ਹੈ, ਤਾਂ ਪੰਜਾਬ ਦੀ ਜਵਾਨੀ ਜਿਹੜੀ ਬਾਹਰ ਕਿਉਂ ਜਾ ਰਹੀ ਹੈ? ਬਿਲਕੁਲ। ਪੰਜਾਬ ਦੇ ਲੋਕ ਸੜਕਾਂ 'ਤੇ ਕਿਉਂ ਧਰਨੇ ਮੁਜ਼ਾਹਰੇ ਕਰ ਰਹੇ ਹੈਗੇ ਨੇ? ਇਹਦਾ ਮਤਲਬ ਹੈ ਕਿ ਉਹ ਜਿਹੜਾ ਸਾਰਾ ਰੁਜ਼ਗਾਰ ਸੀ ਉਹ ਸਿਰਫ ਫਰਜ਼ੀ ਸੀ, ਸਿਰਫ ਅੰਕੜਿਆਂ ਦਾ ਖੇਲ ਸੀਗਾ। ਤਾਂ ਐਤਕੀ ਜਿਹੜਾ ਬੇਰੁਜ਼ਗਾਰੀ ਨੂੰ ਲੈ ਕੇ ਇਹ ਮੁੱਦਾ ਭਖਣਾ ਹੈਗਾ, ਕਿਉਂਕਿ ਪਿਛਲੇ ਜਦੋਂ ਹੁਣ ਚੋਣ ਵਾਲਾ ਪਿਛਲਾ ਲਾਸਟ 1 ਵਰ੍ਹੇ ਤੋਂ ਕਿੰਨੇ ਪ੍ਰੋਟੈਸਟ ਹੋ ਰਹੇ ਸੀ ਪੰਜਾਬ ਦੇ ਵਿੱਚ, ਥਾਂ ਲਾਠੀ ਚਾਰਜ ਹੋਇਆ। ਤਾਂ ਜਿਨ੍ਹਾਂ ਲੋਕਾਂ ਨੇ ਉਹ ਲਾਠੀ ਚਾਰਜ ਝੱਲਿਆ ਹੈਗਾ, ਜਿਹੜੇ ਲੋਕ ਟੈਂਕੀਆਂ 'ਤੇ ਬੈਠੇ ਸੀ, ਉਹ ਟੈਂਕੀਆਂ ਤੋਂ ਉਤਰ ਕੇ ਹੁਣ ਥੱਲੇ ਆ ਗਏ ਜ਼ਮੀਨ 'ਤੇ। ਔਰ ਆਉਂਦੇ ਦਿਨਾਂ ਦੇ ਵਿੱਚ ਉਹ ਲੀਡਰਾਂ ਨੂੰ, ਸਿਆਸੀ ਧਿਰਾਂ ਨੂੰ, ਖਾਸ ਕਰਕੇ ਹਾਕਮ ਜਮਾਤ ਨੂੰ, ਉਹਨਾਂ ਨੂੰ ਜਿਹੜੀ ਆਪਣੀ ਜ਼ਮੀਨ ਹੈ ਉਹ ਦਿਖਾਉਣਗੇ। ਇਸ ਤਰ੍ਹਾਂ ਨਸ਼ਿਆਂ ਦਾ ਮਸਲਾ ਹੈਗਾ, ਡਰੱਗਸ ਦਾ। ਪਿੱਛੇ ਲਾਸਟ ਜਦੋਂ ਇਲੈਕਸ਼ਨ ਕਮਿਸ਼ਨ ਦੀ ਟੀਮ ਆਈ ਸੀ ਪੰਜਾਬ 'ਚ, ਤਕਰੀਬਨ 15-20 ਦਿਨ ਹੋ ਗਏ ਨੇ, ਤਾਂ ਉਦੋਂ ਉਹਨਾਂ ਨੇ ਇੱਕ ਅੰਕੜਾ ਲਿਆ ਸੀਗਾ ਕਿ ਪੰਜਾਬ ਦੇ ਵਿੱਚ ਸਾਨੂੰ ਉਹ ਪਿੰਡ, ਉਹ ਮੁਹੱਲੇ, ਸ਼ਹਿਰਾਂ ਦੇ ਦੱਸੋ ਜਿੱਥੇ ਸਭ ਤੋਂ ਵੱਧ ਨਸ਼ਾ ਵਿਕਦਾ ਹੈ। ਤਾਂ ਮੇਰੀ ਰਿਪੋਰਟ ਮੁਤਾਬਕ ਜਿਹੜੀ ਖੁਫੀਆ ਉਹਨਾਂ ਕੋਲ ਰਿਪੋਰਟ ਆਈ ਸੀ, ਤਾਂ ਉਹਨਾਂ ਨੇ ਹਰ ਜ਼ਿਲ੍ਹੇ ਦੇ ਵਿੱਚੋਂ ਤਕਰੀਬਨ 55 ਪਿੰਡ ਜਾਂ ਮੁਹੱਲੇ ਅਜਿਹੇ ਸਨਾਖਤ ਕੀਤੇ ਸੀ ਜਿੱਥੇ ਅੱਜ ਵੀ ਚਿੱਟਾ ਜਾਂ ਸਮੈਕ ਹੈ ਜਿਹੜੀ ਉਹ ਵਿਕ ਰਹੀ ਹੈਗੀ ਹੈ। ਪੰਜਾਬ ਦੇ ਵਿੱਚ ਜਿਹੜੇ ਮੁੰਡੇ ਨਸ਼ਿਆਂ ਨਾਲ ਮਰਨੋਂ ਬੰਦ ਨਹੀਂ ਹੋਏ। ਬਿਲਕੁਲ। ਕਈ ਵਾਰੀ ਕੀ ਹੁੰਦਾ ਕਿ ਅੰਕੜਾ ਰਿਪੋਰਟ ਹੋ ਜਾਂਦਾ ਹੈ, ਕਈ ਵਾਰੀ ਰਿਪੋਰਟ ਨਹੀਂ ਹੁੰਦਾ। ਜੇ ਗੱਠਜੋੜ ਸਰਕਾਰ ਵੇਲੇ ਚਿੱਟੇ ਲਈ ਉਹ ਜ਼ਿੰਮੇਵਾਰ ਪੋਲੀਟੀਕਲ ਪਾਰਟੀਆਂ ਕਾਂਗਰਸ ਠਹਿਰਾਉਂਦੀ ਹੈ, ਤਾਂ ਕਾਂਗਰਸ ਪਾਰਟੀ ਨੂੰ ਵੀ ਇਸ ਪੱਖੋਂ ਬਰੀ ਨਹੀਂ ਕੀਤਾ ਜਾ ਸਕਦਾ। ਕਰਪਸ਼ਨ ਦਾ ਬਹੁਤ ਵੱਡਾ ਮੁੱਦਾ ਹੈਗਾ, ਹੈਲਥ ਦਾ ਬਹੁਤ ਵੱਡਾ ਮੁੱਦਾ ਹੈਗਾ, ਮਹਿੰਗਾਈ ਬਹੁਤ ਵੱਡਾ ਮੁੱਦਾ ਹੈ, ਸਿੱਖਿਆ ਜਿਹੜੀ ਆਮ ਬੰਦੇ ਦੇ ਪਹੁੰਚ ਦੇ ਵਿੱਚ ਨਹੀਂ ਰਹੀ, ਹੈਲਥ ਹੈ ਜਿਹੜੀ ਕਾਰਪੋਰੇਟ ਹਸਪੀਟਲ ਆ ਗਏ ਸਾਡੇ, ਉਹਨਾਂ ਦਾ ਖਰਚਾ ਆਮ ਬੰਦੇ ਦੇ ਝੱਲਣਾ ਜਿਹੜਾ ਬੱਸ ਦਾ ਰੋਗ ਨਹੀਂ ਰਿਹਾ। ਇਸ ਤਰ੍ਹਾਂ ਬੇਅਦਬੀ ਦਾ ਮੁੱਦਾ ਹੈ ਪੰਜਾਬ ਦੇ ਵਿੱਚ। ਇਸ ਤਰ੍ਹਾਂ ਬਹੁਤ ਸਾਰੇ ਮੁੱਦੇ ਨੇ, ਖਾਸ ਕਰਕੇ ਖੇਤੀ ਦਾ ਮੁੱਦਾ ਹੈ, ਕਰਜ਼ ਮੁਆਫੀ ਦਾ ਮੁੱਦਾ ਹੈਗਾ ਕਿ ਖੇਤੀ ਨੂੰ, ਪੰਜਾਬ ਦੀ ਨੂੰ ਕਿਵੇਂ ਸੁਧਾਰਿਆ, ਖੇਤੀ ਵਿਭਿੰਨਤਾ ਦਾ ਇਹਦਾ ਹੱਲ ਕੀ ਕੀਤਾ ਜਾ ਸਕੇ ਕਿ ਲੋਕ ਇਹ ਕਣਕ ਝੋਨੇ ਦੇ ਚੱਕ ਗੇੜ 'ਚੋਂ ਨਿਕਲ ਸਕਣ। ਇਹ ਵੀ ਇੱਕ ਵੱਡਾ ਮੁੱਦਾ ਹੈ। ਪਰ ਕੋਈ ਵੀ ਪਾਰਟੀ ਜਿਹੜੀ ਖੇਤੀ ਦੀ ਗੱਲ ਨਹੀਂ ਕਰ ਰਹੀ। ਕਿਸਾਨ ਕੋਲ ਦੇ ਲੈ ਕੇ ਕਿਸਾਨਾਂ ਦੀ ਮਦਦ ਲਈ, ਚਾਹੇ ਉਹ ਕੇਸ ਵਾਪਸੀ ਦੀ ਮਸਲਾ ਹੋਵੇ ਅਤੇ ਚਾਹੇ ਮੁਆਵਜ਼ੇ ਦਾ ਮਸਲਾ ਹੋਵੇ, ਉੱਥੋਂ ਤੱਕ ਗੱਲ ਹੈ ਜਿਹੜੀ ਸਾਡੀ ਕਾਂਗਰਸ ਪਾਰਟੀ ਨੇ ਸੀਮਿਤ ਕਰ ਰੱਖੀ ਹੈ। ਜੇ ਆਪਾਂ ਇਹਨਾਂ ਦਾ ਪੈਟਰਨ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਿਛਲਾ ਆਪਾਂ ਦੇਖਣਾ ਹੋਵੇ, ਮੈਂ ਇੱਕ ਅੰਕੜਾ ਦੇਖਿਆ ਹੈ ਕਿ 2017 'ਤੇ ਆਪਾਂ ਆਤਿਸ਼ ਜੀ ਨਜ਼ਰ ਮਾਰੀਏ ਪੋਲੀਟੀਕਲ ਪਾਰਟੀਆਂ ਦੇ, ਤਾਂ ਮਾਲਵੇ ਦੇ ਵਿੱਚੋਂ 69 ਸੀਟਾਂ ਜਿਹੜੀਆਂ ਟੋਟਲ ਫਾਲ ਕਰਦੀਆਂ ਨੇ, ਜਿਹਦੇ ਵਿੱਚੋਂ ਸਭ ਤੋਂ ਵੱਧ
ਰਿਸਪੌਂਡ ਕੀਤਾ ਲੋਕਾਂ ਨੇ, ਕਾਂਗਰਸ ਨੂੰ 40 ਸੀਟਾਂ ਮਾਲਵੇ ਦੇ ਵਿੱਚੋਂ ਮਿਲੀਆਂ ਸੀਗੀਆਂ ਔਰ ਅਕਾਲੀ ਦਲ ਨੂੰ ਜਿਹੜੀਆਂ 8 ਸੀਟਾਂ ਮਾਲਵੇ ਦੇ ਵਿੱਚੋਂ ਮਿਲੀਆਂ ਸੀ ਔਰ ਜਿਹੜੀ ਆਮ ਆਦਮੀ ਪਾਰਟੀ ਆ ਉਹਨੂੰ 18 ਸੀਟਾਂ ਮਾਲਵੇ ਦੇ ਵਿੱਚ ਮਿਲੀਆਂ ਸੀ। ਇਸ ਤਰ੍ਹਾਂ ਜੇ ਆਪਾਂ ਗੱਲ ਮਾਝੇ ਦੀ ਕਰੀਏ, ਮਾਝੇ ਦੇ ਵਿੱਚ 25 ਸੀਟਾਂ ਪੈਂਦੀਆਂ ਨੇ। 2017 ਦੇ ਵਿੱਚ ਕਾਂਗਰਸ ਨੂੰ 25 ਦੇ ਵਿੱਚੋਂ 22 ਸੀਟਾਂ ਜਿਹੜੀਆਂ ਹਾਸਲ ਹੋਈਆਂ ਸੀ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ 2 ਹਾਸਲ ਹੋਈਆਂ ਸੀ, ਭਾਜਪਾ ਨੂੰ 1 ਮਿਲੀ ਸੀ। ਭਾਜਪਾ ਨੂੰ ਇੱਕ ਇੱਧਰੋਂ ਮਾਲਵੇ ਚੋਂ ਮਿਲੀ ਸੀ, ਇੱਕ ਦੁਆਬੇ ਚੋਂ ਤੇ ਇੱਕ ਮਾਝੇ ਚੋਂ। 3 ਸੀਟਾਂ ਟੋਟਲ ਮਿਲੀਆਂ ਸੀ। 15 ਅਕਾਲੀ ਦਲ ਦੇ ਹਿੱਸੇ ਆਈਆਂ ਸੀ, 18 ਸੀਟਾਂ ਟੋਟਲ ਇਹਨਾਂ ਨੂੰ ਪ੍ਰਾਪਤ ਹੋਈਆਂ ਸੀ। ਜਿਹੜੀ ਆਮ ਆਦਮੀ ਪਾਰਟੀ ਹੈ ਉਹਨੂੰ ਮਾਝੇ ਦੇ ਵਿੱਚ ਕੋਈ ਸੀਟ ਹਾਸਲ ਨਹੀਂ ਹੋਈ ਸੀ। ਇਸ ਤਰ੍ਹਾਂ ਦੁਆਬੇ ਦੀ ਗੱਲ ਕਰੀਏ, ਦੁਆਬੇ ਦੀਆਂ 23 ਸੀਟਾਂ ਜਿਹੜੀਆਂ ਵਿਧਾਨ ਸਭਾ ਦੀਆਂ ਪੈਂਦੀਆਂ ਨੇ, ਉਹਦੇ ਵਿੱਚੋਂ 15 ਸੀਟਾਂ ਜਿਹੜੀਆਂ ਕਾਂਗਰਸ ਨੂੰ ਪ੍ਰਾਪਤ ਹੋਈਆਂ ਸੀ, 1 ਭਾਜਪਾ ਨੂੰ ਤੇ 2 ਆਮ ਆਦਮੀ ਪਾਰਟੀ ਨੂੰ ਤੇ 5 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਸੀ। ਹੁਣ ਆਪਾਂ ਇਹ ਤੋਂ ਅੱਗੇ ਅੰਕੜੇ ਤੇ ਨਜ਼ਰ ਮਾਰੀਏ ਤਾਂ ਆਪਾਂ ਦੇਖੀਏ ਕਿ 1997 ਤੋਂ ਲੈ ਕੇ 2017 ਨੂੰ ਜੇ ਆਪਾਂ ਕੰਪੇਅਰ ਕਰੀਏ, ਇਹਨਾਂ ਦਾ VOTING ਸ਼ੇਅਰ ਦੇਖੀਏ ਤਾਂ ਉਹਦੇ ਵਿੱਚ ਵੀ ਕਾਫੀ ਸਾਨੂੰ ਅਦਲ ਬਦਲ ਹੈ ਜਿਹੜਾ ਉਹ ਨਜ਼ਰ ਆਉਂਦਾ ਹੈ। ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਦਾ 1997 ਦੇ ਵਿੱਚ ਜਿਹੜਾ ਵੋਟ ਸ਼ੇਅਰ ਸੀ ਉਹ 26.31 ਸੀ ਔਰ 2017 ਦੀਆਂ ਚੋਣਾਂ ਦੇ ਵਿੱਚ ਇਹ ਵੱਧ ਕੇ 38.5 ਹੋ ਗਿਆ ਸੀ। ਤਕਰੀਬਨ 12-13% ਦਾ ਜਿਹੜਾ ਇਜ਼ਾਫਾ ਇਹਨਾਂ ਦਾ ਹੋਇਆ ਪਿਛਲੇ ਸਾਲਾਂ ਦੇ ਵਿੱਚ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਹੈ, ਵੋਟ ਸ਼ੇਅਰਿੰਗ ਹੈ ਸੌਰੀ, ਉਹ 37.64 ਸੀ 1997 ਦੇ ਵਿੱਚ ਔਰ ਹੁਣ ਜਿਹੜਾ ਘਟ ਕੇ 25.2 ਰਹਿ ਗਿਆ। ਇਹ ਤੋਂ ਵੀ ਸਾਨੂੰ ਰੁਝਾਨ ਦਾ ਪਤਾ ਲੱਗਦਾ ਹੈ। ਔਰ ਭਾਜਪਾ ਦਾ ਜਿਹੜਾ ਵੋਟ ਬੈਂਕ ਜਾਂ ਵੋਟ ਸ਼ੇਅਰ ਸੀਗਾ ਉਹ 8.33 ਸੀਗਾ 1997 ਦੇ ਵਿੱਚ, ਉਹ ਹੁਣ ਘਟ ਕੇ ਜਿਹੜਾ ਹੈਗਾ 5.4 ਰਹਿ ਗਿਆ। ਇਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਦਾ ਜਿਹੜਾ 6.37 ਸੀ 1997 ਦੇ ਵਿੱਚ, ਉਹ ਘਟ ਕੇ ਹੁਣ 1.52 ਰਹਿ ਗਿਆ। ਤਾਂ ਇਹ ਪੈਟਰਨ ਨੂੰ ਦੇਖਦੇ ਹੋਏ ਆਪਾਂ ਕਹਿ ਸਕਦੇ ਹਾਂ ਕਿ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਮਾਸ ਬੇਸ ਹੈ ਉਹ ਕਿਤੇ ਘਟਿਆ ਹੈ, ਕਿਤੇ ਵਧਿਆ ਹੈ, ਕਿਉਂਕਿ ਐਤਕੀ ਬਸਪਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ ਔਰ ਅਕਾਲੀ ਦਲ ਨੇ ਵੀ ਸਰਕਾਰ ਦੀਆਂ ਨਾਕਾਮੀਆਂ ਨੂੰ ਉਠਾਉਣਾ ਸ਼ੁਰੂ ਕੀਤਾ ਹੈ ਤੇ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਉਹਨੇ ਕਹਿ ਕੇ ਸਾਨੂੰ ਮੌਕਾ ਮਿਲਣਾ ਚਾਹੀਦਾ ਹੈ। ਔਰ ਇਹ ਵੀ ਉਹਨਾਂ ਦਾ ਜਿਹੜਾ ਇੰਚਾਰਜ ਹੈ ਜਰਨੈਲ ਸਿੰਘ ਕਹਿ ਰਹੇ ਨੇ ਕਿ ਇਸ ਵਾਰ ਉਹ ਚੋਣਾਂ ਦੇ ਵਿੱਚ ਇੱਕ ਸੀਐਮ ਦੇ ਚਿਹਰੇ ਦੇ ਨਾਲ ਜਾਣਗੇ। ਤੇ ਚੰਨੀ ਸਰਕਾਰ ਨੇ ਕਿਹਾ ਕਿ ਅਸੀਂ 111 ਦਿਨਾਂ ਦੇ ਵਿੱਚ, ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਹੁਤ ਸਾਰੇ ਕੰਮ ਕੀਤੇ ਨੇ ਔਰ ਜਾਖੜ ਸਾਹਿਬ ਕਹਿ ਚੁੱਕੇ ਨੇ ਕਿ 5 ਸਾਲ ਦੀ ਜਿਹੜੀ ਪ੍ਰਾਪਤੀਆਂ ਉਹ ਲੋਕਾਂ 'ਚ ਲੈ ਕੇ ਜਾਣਗੇ। ਲੋਕ ਇਹਨਾਂ ਨੂੰ ਕਿਸ ਤਰ੍ਹਾਂ ਲੈਂਦੇ ਨੇ ਇਹ ਆਪਾਂ ਨੂੰ ਵੋਟਾਂ ਵਾਲੇ ਦਿਨ ਪਤਾ ਲੱਗ ਜੀ। ਚਰਨਜੀਤ ਜੀ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾਅਵਾ ਕਰ ਰਹੇ ਨੇ ਵੀ ਕਿ ਉਹਨਾਂ ਵੱਲੋਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਵੱਡੇ ਐਲਾਨ ਜਿਹੜੇ ਨੇ ਪੰਜਾਬ ਲਈ ਕੀਤੇ ਗਏ ਨੇ, ਕਈ ਵੱਡੇ ਫੈਸਲੇ ਲਿੱਤੇ ਗਏ ਨੇ। ਪਰ ਅਸੀਂ ਜਾਣਨਾ ਚਾਹਾਂਗੇ ਜਿਹੜੇ ਉਹਨਾਂ ਵੱਲੋਂ ਐਲਾਨ ਕੀਤੇ ਗਏ ਨੇ ਉਹਨਾਂ ਵਿੱਚੋਂ ਜ਼ਮੀਨੀ ਹਕੀਕਤ ਤੇ ਕਿੰਨੇ ਕੁ ਪੂਰੇ ਹੋਏ ਨੇ ਜਾਂ ਉਹਨਾਂ ਵਿੱਚੋਂ ਕਿੰਨੇ ਕੁ ਬਕਾਇਆ ਜਿਹੜੇ ਨੇ ਹਾਲੇ ਵੀ ਪਏ ਨੇ? ਦੇਖੋ, ਉਹਨਾਂ ਨੇ ਜਿਸ ਤਰ੍ਹਾਂ ਹੁਣ ਕੱਲ੍ਹ ਚੋਣ ਜ਼ਾਬਤੇ ਤੋਂ ਪਹਿਲਾਂ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਜਿਹੜਾ ਬਤੌਰ ਚੀਫ ਮਿਨਿਸਟਰ ਪੀਰੀਅਡ ਹੈ ਜਿਹੜਾ ਉਹ 111 ਦਿਨਾਂ ਦਾ ਰਿਹਾ ਹੈ। ਤਾਂ ਉਹਨਾਂ ਨੇ ਕਿਹਾ ਕਿ 1100 ਦਿਨਾਂ ਵਰਗੇ ਉਹਨਾਂ ਨੇ ਕੰਮ ਕੀਤੇ ਨੇ ਔਰ ਉਹਨਾਂ ਨੇ ਪਿਛਲੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਹਨਾਂ ਨੇ 100 ਫੈਸਲੇ ਲਏ ਨੇ। ਉਹਨਾਂ ਨੇ ਐਲਾਨ ਨਹੀਂ ਕੀਤੇ ਬਲਕਿ ਉਹਨਾਂ ਨੂੰ ਲਾਗੂ ਵੀ ਕੀਤਾ। ਪਰ ਪਿਛਲੇ ਦਿਨਾਂ 'ਚ ਕਿਉਂਕਿ 5 ਜਨਵਰੀ ਨੂੰ ਪ੍ਰਧਾਨ ਮੰਤਰੀ ਵਾਲਾ ਜਿਹੜਾ ਰੌਲਾ ਪੈ ਗਿਆ ਤੇ ਉਹਦਾ ਨਾਲ ਵੀ ਜਿਹੜੇ ਇਹਨਾਂ ਦੇ ਕੁਛ ਗੱਲਾਂ ਨੂੰ ਸੱਟ ਲੱਗੀ ਹੈਗੀ, ਢਾਲ ਲੱਗੀ ਹੈ। ਪਰ ਬਹੁਤ ਸਾਰੇ ਆਤਿਸ਼ਜੀ ਜਿਹੜੇ ਫੈਸਲੇ ਹੈ ਉਹ ਸਿਰਫ ਐਲਾਨ ਬਣ ਕੇ ਹੀ ਰਹਿ ਗਏ ਨੇ। ਜਿਸ ਤਰ੍ਹਾਂ 36,000 ਜਿਹੜੇ ਕੱਚੇ ਕਾਮੇ ਸੀ ਪੱਕੇ ਕੀਤੇ ਜਾਣੇ ਸੀ ਉਹ ਵਿੱਚ ਹੀ ਰਹਿ ਗਿਆ। ਬਿਜਲੀ ਸਮਝੌਤੇ ਰੱਦ ਕਰਨ ਵਾਲਾ ਜਿਹੜਾ ਬਿੱਲ ਸੀ ਉਹ ਕਿਸੇ ਤਨ ਪੱਤਣ ਨਹੀਂ ਲੱਗ ਸਕਿਆ, ਚਾਹੇ ਉਹ ਰਾਸ਼ਟਰਪਤੀ ਨੂੰ ਭੇਜ ਦਿੱਤਾ ਗਿਆ ਪਰ ਉਸ 'ਤੇ ਹਾਲੇ ਤੱਕ ਜਿਹੜੀ ਮੋਹਰ ਹੈ ਉਹ ਨਹੀਂ ਲੱਗੀ। ਇਸ ਤਰ੍ਹਾਂ ਕਰਜ਼ਾ ਮੁਆਫੀ ਵਾਲਾ ਜਿਹੜਾ 1,09,000 ਲੋਕ ਰਹਿ ਗਏ ਸੀਗੇ ਜਿਨ੍ਹਾਂ ਨੂੰ ਕਹਿੰਦੇ ਸੀ ਕਿ 1200 ਕਰੋੜ ਦਾ ਉਹ ਬਚ ਗਿਆ, ਉਹ ਪਿੱਛੇ ਪੈ ਗਿਆ ਹੈਗਾ। ਇਸ ਤਰ੍ਹਾਂ ਨਰਮਾ ਮੁਆਵਜ਼ਾ ਸੀਗਾ ਉਹ ਵਿੱਚ ਹੀ ਰਹਿ ਗਿਆ ਹੈਗਾ। ਇਸ ਤਰ੍ਹਾਂ ਰੁਜ਼ਗਾਰ ਦਾ ਇਸ਼ੂ ਸੀ, ਬਹੁਤ ਸਾਰੀਆਂ ਅਸਾਮੀਆਂ ਜਿਹੜੀਆਂ ਉਹ ਇਹਨਾਂ ਨੇ ਕੱਢੀਆਂ ਸੀ ਉਹ ਵੀ ਕਿਸੇ ਤਨ ਪੱਤਨ ਨਹੀਂ ਲੱਗ ਸਕੀਆਂ। ਕਈਆਂ ਨੂੰ ਇੰਟਰਵਿਊ ਹੋ ਗਈ ਸੀ, ਲਿਸਟ ਆਊਟ ਹੋ ਗਈ ਸੀ ਪਰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਸਕੇ। ਇਸ ਤਰ੍ਹਾਂ ਪੰਜਾਬ ਨਿਰਮਾਣ ਤਹਿਤ ਪਿਛਲੇ ਦਿਨ ਚੰਨੀ ਸਾਹਿਬ ਨੇ ਬਹੁਤ ਸਾਰੀਆਂ ਗ੍ਰਾਂਟਾਂ ਦੀ ਵੰਡ ਕੀਤੀ ਸੀ, ਉਹ ਵੀ ਜਿਹੜੀਆਂ ਚੋਣ ਜ਼ਾਬਤੇ ਕਰਕੇ ਰੁਕ ਗਈਆਂ ਕਿਉਂਕਿ ਚੋਣ ਕਮਿਸ਼ਨ ਨੇ ਇਹ ਗੱਲ ਸਾਫ਼ ਕਹੀ ਹੈ ਕਿ ਜਿਹੜੇ ਕੰਮ ਗਰਾਊਂਡ ਦੇ ਉੱਪਰ ਚਾਲੂ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਪ੍ਰਵਾਨ ਕਰਾਂਗੇ, ਜਿਹੜੇ ਹਾਲੇ ਚਾਲੂ ਨਹੀਂ ਹੋਏ, ਜਿਹਨਾਂ ਵਰਕ ਆਰਡਰ ਨਹੀਂ ਹੋਇਆ ਉਹਨੂੰ ਅਸੀਂ ਜਿਹੜੀ ਪ੍ਰਵਾਨਗੀ ਨਹੀਂ ਦਿਆਂਗੇ। ਉਹ ਚੋਣ ਅਗਲੀ ਸਰਕਾਰ ਹੈ ਜਿਹੜੀ ਉਹੀ ਉਸ ਨੂੰ ਨੇਪਰੇ ਚਾੜ ਸਕੇਗੀ। ਤੇ ਕਿਉਂਕਿ ਆਉਣ ਵਾਲੇ ਦਿਨ ਬੜੇ ਹੁਣ ਅਹਿਮ ਨੇ। ਜਿਸ ਤਰ੍ਹਾਂ ਓਸ਼ੋ ਕਹਿੰਦਾ ਹੈ ਕਿ ਸਵਾਲ ਇਹ ਨਹੀਂ ਕਿ ਪੋਲੀਟੀਕਲ ਪਾਰਟੀਆਂ ਤੁਹਾਨੂੰ ਕੀ ਕਹਿੰਦੀਆਂ ਨੇ, ਸਵਾਲ ਇਹ ਨਹੀਂ ਕਿ ਲੋਕ ਕਦੋਂ ਜਾਗਦੇ ਨੇ। ਸੋ ਹੁਣ ਲੋਕਾਂ ਦੇ ਜਾਗਣ ਦਾ ਟਾਈਮ ਹੈ ਔਰ ਇਹ ਜਿਵੇਂ ਕਹਿ ਜਾਂਦਾ ਕਿ ਜਿਹੜਾ ਵੋਟਰ ਹੈ ਉਹ ਇੱਕ ਦਿਨ ਦਾ ਬਾਦਸ਼ਾਹ ਹੁੰਦਾ ਹੈ, ਤਾਂ ਉਹਨੂੰ ਇਹ ਬਾਦਸ਼ਾਹੀ ਹੈ ਜਿਹੜੀ ਆਪਦੀ ਸੋਚ 'ਚ ਲਿਆ ਕੇ, ਆਪਣੀ ਚੇਤਨਾ 'ਚ ਲਿਆ ਕੇ ਫੈਸਲਾ ਲੈਣਾ ਚਾਹੀਦਾ ਹੈ। ਜਿਹੜੇ
ਕਿਸਾਨ ਘੋਲ ਦੇ ਵਿੱਚ ਇੱਕ ਐਡਾ ਨਾਮ ਹੈ ਪੰਜਾਬ ਨੇ ਕਮਾਇਆ ਹੈ, ਜੀ। ਉਹਦਾ ਹੁਣ ਇੱਕ ਨਵੀਂ ਪ੍ਰੀਖਿਆ ਹੈ ਜਿਹੜੀਆਂ ਪੰਜਾਬ ਚੋਣਾਂ, ਉਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਦਿਖਾ ਦੇਣਾ ਚਾਹੀਦਾ ਹੈ ਕਿ ਕਿਸਾਨ ਘੋਲ ਜਿਹੜੀ ਸਾਡੀ ਭੱਲ ਬਣੀ ਸੀ ਉਸ ਨੂੰ ਅਸੀਂ ਕਾਇਮ ਰੱਖਿਆ ਔਰ ਕਾਇਮ ਰੱਖਾਂਗੇ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।